ਮੇਰਾ ਨਾਮ ਗੋਪੀ ਹੈ ਤੇ ਮੇਰੀ ਪਤਨੀ ਦਾ ਨਾਮ ਮਿਹਰ ਹੈ। ਅਸੀਂ ਬਹੁਤ ਜ਼ਿਆਦਾ ਗਰੀਬ ਸੀ। ਕਿਸੇ ਦਿਨ ਸਾਡੇ ਕੋਲ ਖਾਣੇ ਲਈ ਪੈਸੇ ਵੀ ਨਹੀਂ ਹੁੰਦੇ ਸਨ। ਮੇਰੀ ਪਤਨੀ ਇੱਕ ਹੋਟਲ ਵਿੱਚ ਸਾਫ਼ ਸਫਾਈ ਦਾ ਕੰਮ ਕਰਦੀ ਸੀ। ਮੈਂ ਇੱਕ ਹਸਪਤਾਲ ਵਿੱਚ ਵਾਰਡ ਬॉय ਦਾ ਕੰਮ ਕਰਦਾ ਸੀ। ਅਸੀਂ ਘਰ ਦਾ ਕਿਰਾਇਆ ਵੀ ਦੇਣਾ ਹੁੰਦਾ ਸੀ। ਸਾਡੇ ਵਿਆਹ ਨੂੰ 3 ਸਾਲ ਹੋ ਗਏ ਸਨ, ਪਰ ਸਾਡੇ ਹਾਲਾਤ ਠੀਕ ਨਹੀਂ ਚੱਲ ਰਹੇ ਸਨ। ਕਦੇ ਮੇਰੀ ਪਤਨੀ ਹੋਟਲ ਦਾ ਬਚਿਆ ਖੁਚਿਆ ਖਾਣਾ ਲੈ ਆਉਂਦੀ ਸੀ, ਜੋ ਅਸੀਂ ਖਾ ਲੈਂਦੇ ਸੀ। ਬਚਿਆ ਖੁਚਿਆ ਖਾਣਾ ਬਹੁਤ ਔਖਾ ਗਲੇ ਤੋਂ ਉਤਰਦਾ ਸੀ, ਪਰ ਮਜਬੂਰੀ ਵਿੱਚ ਇਨਸਾਨ ਨੂੰ ਸਭ ਕਰਨਾ ਪੈਂਦਾ ਹੈ। ਹਾਲਾਤ ਬਹੁਤ ਬੁਰੇ ਹੋ ਚੁੱਕੇ ਸਨ। ਘਰ ਦੇ ਖਰਚੇ ਵੀ ਸਾਡੀਆਂ ਤਨਖਾਹਾਂ ਨਾਲ ਪੂਰੇ ਨਹੀਂ ਹੁੰਦੇ ਸਨ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ, ਪਰ ਗਲਤ ਤਰੀਕੇ ਨਾਲ ਪੈਸੇ ਨਹੀਂ ਕਮਾਉਣਾ ਚਾਹੁੰਦਾ ਸੀ। ਹਸਪਤਾਲ ਵਿੱਚ ਬਹੁਤ ਗੈਰ ਕਾਨੂੰਨੀ ਕੰਮ ਹੋ ਰਹੇ ਸਨ, ਜਿਨ੍ਹਾਂ ਰਾਹੀਂ ਮੈਂ ਵੀ ਪੈਸਾ ਕਮਾ ਸਕਦਾ ਸੀ, ਪਰ ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਸੀ। ਅਸੀਂ ਦੋਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ। ਇੱਕ ਦਿਨ ਕੁਝ ਅਜਿਹਾ ਹੋਇਆ ਜੋ ਮੈਂ ਸੋਚ ਵੀ ਨਹੀਂ ਸਕਦਾ ਸੀ। ਇੱਕ ਦਿਨ ਮੈਂ ਆਪਣੀ ਪਤਨੀ ਕੋਲ ਬਹੁਤ ਸਾਰੇ ਪੈਸੇ ਦੇਖੇ। ਉਸ ਦਿਨ ਪਹਿਲੀ ਤਰੀਕ ਵੀ ਨਹੀਂ ਸੀ ਕਿ ਜੋ ਉਸ ਨੂੰ ਤਨਖਾਹ ਮਿਲੀ ਹੋਵੇ। ਫਿਰ ਉਸ ਕੋਲ ਇੰਨੇ ਪੈਸੇ ਕਿੱਥੋਂ ਆਏ ਸੀ? ਮੈਂ ਹੈਰਾਨ ਰਹਿ ਗਿਆ ਸੀ, ਪਰ ਉਹ ਮੈਥੋਂ ਛੁਪਾ ਰਹੀ ਸੀ। ਮੈਂ ਪੁੱਛ ਹੀ ਲਿਆ ਕਿ ਇੰਨੇ ਪੈਸੇ ਕਿੱਥੋਂ ਆਏ, ਤਾਂ ਉਹ ਕਹਿਣ ਲੱਗੀ ਕਿ ਨਹੀਂ ਅਜਿਹਾ ਕੁਝ ਨਹੀਂ ਹੈ। ਮੈਂ ਕਿਹਾ ਮੈਂ ਪੈਸੇ ਦੇਖ ਲਏ ਹਨ, ਝੂਠ ਬੋਲਣ ਦੀ ਜ਼ਰੂਰਤ ਨਹੀਂ ਹੈ। ਫਿਰ ਉਹ ਕਹਿਣ ਲੱਗੀ ਕਿ ਦਰਅਸਲ ਹੋਟਲ ਵਿੱਚ ਇੱਕ ਔਰਤ ਆਪਣਾ ਪਰਸ ਭੁੱਲ ਗਈ ਸੀ, ਇਸ ਲਈ ਮੈਂ ਉਸ ਦੇ ਪਰਸ ਵਿੱਚੋਂ ਪੈਸੇ ਕੱਢ ਲਏ। ਮੈਂ ਹੈਰਾਨ ਹੁੰਦੇ ਕਿਹਾ ਕਿ ਤੂੰ ਚੋਰੀ ਕੀਤੀ ਹੈ। ਉਹ ਕਹਿਣ ਲੱਗੀ ਕਿ ਇਸ ਵਿੱਚ ਕਿਹੜੀ ਚੋਰੀ, ਉਹ ਪਰਸ ਭੁੱਲ ਗਈ ਸੀ, ਮੈਨੂੰ ਮਿਲ ਗਿਆ ਤਾਂ ਮੇਰਾ ਹੋ ਗਿਆ। ਮੈਂ ਕਿਹਾ ਇਹ ਠੀਕ ਨਹੀਂ ਹੈ, ਹੋ ਸਕਦਾ ਉਹ ਔਰਤ ਕੱਲ ਆਪਣਾ ਪਰਸ ਵਾਪਸ ਲੈਣ ਨਾ ਜਾਵੇ। ਫਿਰ ਤੂੰ ਕੀ ਕਰੇਂਗੀ? ਤੂੰ ਇਹ ਸਾਰੇ ਪੈਸੇ ਵਾਪਸ ਕਰ ਦੇ, ਮੈਨੂੰ ਕੋਈ ਮਸਲਾ ਨਹੀਂ ਚਾਹੀਦਾ। ਮੈਂ ਉਸ ਨੂੰ ਕਿਹਾ ਕਿ ਕੱਲ ਇਹ ਪੈਸੇ ਮੈਨੇਜਰ ਨੂੰ ਦੇ ਦੇਵੀਂ। ਉਹ ਮੰਨ ਗਈ ਤੇ ਅਗਲੇ ਦਿਨ ਉਸ ਨੂੰ ਪੈਸੇ ਵਾਪਸ ਕਰ ਦਿੱਤੇ। ਅਗਲੇ ਦਿਨ ਸਾਡੇ ਕੋਲ ਖਾਣੇ ਲਈ ਵੀ ਪੈਸਾ ਕੋਈ ਨਹੀਂ ਸੀ, ਇਸ ਲਈ ਮੇਰੀ ਪਤਨੀ ਨੇ ਮੈਨੂੰ ਕਾਫੀ ਗੱਲਾਂ ਸੁਣਾਈਆਂ ਕਿ ਜੇ ਉਹ ਪੈਸੇ ਵਾਪਸ ਨਾ ਕੀਤੇ ਹੁੰਦੇ ਤਾਂ ਅੱਜ ਪੇਟ ਭਰ ਖਾਣਾ ਤਾਂ ਖਾ ਲੈਂਦੇ। ਮੈਂ ਉਸ ਨੂੰ ਕਿਹਾ ਕਿ ਮੈਂ ਹਮੇਸ਼ਾ ਸਹੀ ਕੰਮ ਕਰਦਾ ਹਾਂ ਤਾਂ ਗਲਤ ਦਾ ਸਾਥ ਨਹੀਂ ਦਿੰਦਾ। ਉਹ ਕਹਿਣ ਲੱਗੀ ਕਿ ਚੰਗਿਆਈ ਨਾਲ ਪੇਟ ਨਹੀਂ ਭਰਦਾ। ਅੱਜ ਕੱਲ੍ਹ ਮਹਿੰਗਾਈ ਇੰਨੀ ਹੋ ਗਈ ਹੈ, ਕਿਸ ਤਰ੍ਹਾਂ ਕਰਾਂਗੇ ਸਭ ਕੁਝ? ਮੈਂ ਕਿਹਾ ਕਿ ਆਪਾਂ ਘੱਟ ਚੀਜ਼ ਨਾਲ ਗੁਜ਼ਾਰਾ ਕਰ ਲਵਾਂਗੇ, ਪਰ ਕੋਈ ਗਲਤ ਕੰਮ ਨਹੀਂ ਕਰਨਾ। ਪਰ ਮੇਰੀ ਪਤਨੀ ਬਹੁਤ ਗੁੱਸੇ ਵਿੱਚ ਸੀ। ਉਸਨੇ ਠੀਕ ਤਰ੍ਹਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਖੈਰ, ਮੈਂ ਸੋਚਿਆ ਉਹ ਆਪਣੇ ਆਪ ਠੀਕ ਹੋ ਜਾਵੇਗੀ। ਹਰਾਮ ਦੇ ਪੈਸੇ ਕਦੇ ਫਾਇਦਾ ਨਹੀਂ ਦਿੰਦੇ, ਉਹ ਆਪਣੇ ਨਾਲ ਕੋਈ ਨਾ ਕੋਈ ਮੁਸੀਬਤ ਜ਼ਰੂਰ ਲੈ ਕੇ ਆਉਂਦੇ ਹਨ। ਮੈਨੂੰ ਲੱਗਿਆ ਸੀ ਕਿ ਮੇਰੀ ਪਤਨੀ ਮੇਰੀ ਗੱਲ ਸਮਝ ਗਈ ਹੋਵੇਗੀ, ਪਰ ਕੁਝ ਦਿਨਾਂ ਬਾਅਦ ਮੈਨੂੰ ਲੱਗਿਆ ਕਿ ਉਹ ਫਿਰ ਕੁਝ ਛੁਪਾ ਰਹੀ ਸੀ। ਮੈਂ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਕੁਝ ਨਹੀਂ ਹੈ, ਤੇ ਉਸਨੇ ਗੱਲ ਬਦਲ ਦਿੱਤੀ। ਉਸ ਦਾ ਵਿਵਹਾਰ ਵੀ ਪਹਿਲਾਂ ਨਾਲੋਂ ਸਹੀ ਹੋ ਗਿਆ ਸੀ। ਫਿਰ ਉਹ ਮੈਨੂੰ ਇੱਕ ਅਲਮਾਰੀ ਦੀ ਤਸਵੀਰ ਦਿਖਾਉਣ ਲੱਗੀ ਕਿ ਮੈਨੂੰ ਬਹੁਤ ਪਸੰਦ ਹੈ। ਮੈਂ ਕਿਹਾ ਇਹ ਤਾਂ ਬਹੁਤ ਮਹਿੰਗੀ ਹੋਵੇਗੀ, ਆਪਾਂ ਹਜੇ ਇਸ ਨੂੰ ਨਹੀਂ ਖਰੀਦ ਸਕਦੇ। ਉਹ ਕਹਿਣ ਲੱਗੀ ਕਿ ਦੇਖ ਤਾਂ ਸਕਦੇ ਹਾਂ, ਪਰ ਮੈਂ ਉਦੋਂ ਹੈਰਾਨ ਰਹਿ ਗਿਆ ਜਦੋਂ ਅਲਮਾਰੀ ਸਾਡੇ ਘਰ ਵੀ ਪਹੁੰਚ ਗਈ ਸੀ, ਕਿਉਂਕਿ ਮੇਰੀ ਪਤਨੀ ਨੇ ਉਹ ਅਲਮਾਰੀ ਖਰੀਦ ਲਈ ਸੀ। ਉਹ ਬਹੁਤ ਖੁਸ਼ ਸੀ। ਅਲਮਾਰੀ ਨੂੰ ਸਾਫ਼ ਕਰਕੇ ਉਸ ਵਿੱਚ ਸਮਾਨ ਰੱਖਣ ਲੱਗੀ। ਮੇਰੇ ਪੁੱਛਣ ਤੇ ਕਹਿਣ ਲੱਗੀ ਕਿ ਮੇਰਾ ਜਨਮ ਦਿਨ ਆਉਣ ਵਾਲਾ ਹੈ, ਇਸ ਲਈ ਮੇਰੀ ਇੱਕ ਦੋਸਤ ਨੇ ਤੋਹਫੇ ਵਜੋਂ ਅਲਮਾਰੀ ਦਿੱਤੀ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਪਾਗਲ ਬਣਾ ਰਹੀ ਹੈ, ਤੇਰਾ ਜਨਮ ਦਿਨ ਤਾਂ ਹਜੇ 3 ਮਹੀਨੇ ਬਾਅਦ ਹੈ। ਉਹ ਕਹਿਣ ਲੱਗੀ ਕਿ ਮੇਰੀ ਦੋਸਤ ਬਾਹਰਲੇ ਦੇਸ਼ ਜਾ ਰਹੀ ਹੈ, ਇਸ ਲਈ ਉਸਨੇ ਪਹਿਲਾਂ ਹੀ ਮੈਨੂੰ ਜਨਮ ਦਿਨ ਦਾ ਤੋਹਫਾ ਦੇ ਦਿੱਤਾ। ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੋਈ ਇੰਨਾ ਮਹਿੰਗਾ ਤੋਹਫਾ ਕਿਵੇਂ ਦੇ ਸਕਦਾ ਹੈ। ਫਿਰ ਮੇਰੀ ਪਤਨੀ ਦੀ ਇਹ ਦੋਸਤ ਅਚਾਨਕ ਕਿੱਥੋਂ ਬਣ ਗਈ? ਮੈਨੂੰ ਯਕੀਨ ਨਹੀਂ ਹੋ ਰਿਹਾ ਸੀ, ਉਸ ਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ, ਪਰ ਕੋਈ ਚਾਰਾ ਵੀ ਨਹੀਂ ਸੀ, ਇਸ ਲਈ ਮੈਂ ਇਸ ਗੱਲ ਨੂੰ ਭੁੱਲ ਗਿਆ। ਆਪਣੀ ਪਤਨੀ ਬਾਰੇ ਕੁਝ ਗਲਤ ਸੋਚਣ ਦੀ ਵੀ ਹਿੰਮਤ ਨਹੀਂ ਸੀ, ਕਿਉਂਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਮੇਰੇ ਨਾਲ ਖੜੀ ਸੀ। ਇੱਕ ਦਿਨ ਮੇਰੀ ਪਤਨੀ ਦੀ ਤਬੀਅਤ ਖਰਾਬ ਸੀ। ਮੈਂ ਉਸ ਨੂੰ ਆਰਾਮ ਕਰਨ ਲਈ ਕਿਹਾ ਤੇ ਆਪ ਕੰਮ ਤੇ ਚਲਿਆ ਗਿਆ, ਪਰ ਜਦੋਂ ਵਾਪਸ ਆਇਆ ਤਾਂ ਉਹ ਘਰ ਨਹੀਂ ਸੀ। ਉਸ ਦਾ ਫੋਨ ਵੀ ਬੰਦ ਸੀ। ਉਹ ਪਹਿਲਾਂ ਵਾਲੇ ਸਮੇਂ ਤੇ ਘਰ ਆਈ। ਇਸ ਦਾ ਮਤਲਬ ਸਾਫ਼ ਸੀ ਕਿ ਉਹ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਕੰਮ ਤੇ ਗਈ ਸੀ। ਮੈਂ ਉਸ ਨੂੰ ਕਿਹਾ ਕਿ ਇੰਨਾ ਵੀ ਕੀ ਜ਼ਰੂਰੀ ਕੰਮ ਸੀ, ਇੱਕ ਦਿਨ ਨਾ ਜਾਂਦੀ ਤਾਂ ਕੀ ਹੋ ਜਾਂਦਾ? ਉਹ ਕਹਿਣ ਲੱਗੀ ਕਿ ਜਾਣਾ ਬਹੁਤ ਜ਼ਰੂਰੀ ਸੀ। ਮੇਰੀ ਸਮਝ ਤੋਂ ਇਹ ਬਾਹਰ ਸੀ
ਕਿ ਸਾਫ਼ ਸਫਾਈ ਦਾ ਕੰਮ ਇੰਨਾ ਜ਼ਰੂਰੀ ਸੀ। ਮੈਨੂੰ ਲੱਗਿਆ ਕਿ ਕੁਝ ਤਾਂ ਗੜਬੜ ਜ਼ਰੂਰ ਹੈ ਜੋ ਮੇਰੀ ਪਤਨੀ ਕੰਮ ਕਰਨ ਲਈ ਇੰਨੀ ਬੇਚੈਨ ਸੀ। ਮੈਂ ਸੋਚਿਆ ਕਿ ਮੈਂ ਹੋਟਲ ਵਾਲਿਆਂ ਨਾਲ ਪਤਨੀ ਦੀ ਛੁੱਟੀ ਦੀ ਗੱਲ ਕਰਦਾ ਹਾਂ ਤਾਂ ਜੋ ਉਸ ਦੀ ਤਬੀਅਤ ਪੂਰੀ ਤਰ੍ਹਾਂ ਠੀਕ ਹੋ ਸਕੇ। ਮੈਂ ਜਾ ਕੇ ਉੱਥੋਂ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਸਨੇ ਮੇਰੀ ਪਤਨੀ ਦਾ ਨਾਮ ਪੁੱਛਿਆ। ਮੈਂ ਨਾਮ ਦੱਸਿਆ ਤਾਂ ਉਹ ਸੋਚ ਵਿੱਚ ਪੈ ਗਿਆ। ਮੈਂ ਹੈਰਾਨ ਸੀ ਕਿ ਉਹ ਮੇਰੀ ਪਤਨੀ ਬਾਰੇ ਨਹੀਂ ਜਾਣਦਾ ਸੀ। ਫਿਰ ਉਹ ਕਹਿਣ ਲੱਗਾ ਕਿ ਉਹ ਤਾਂ 1 ਸਾਲ ਪਹਿਲਾਂ ਇੱਥੇ ਕੰਮ ਕਰਦੀ ਸੀ। ਅਸੀਂ ਹੀ ਉਸ ਨੂੰ ਕੰਮ ਤੋਂ ਕੱਢਿਆ ਸੀ ਕਿਉਂਕਿ ਉਹ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਮੈਂ ਦੰਗ ਰਹਿ ਗਿਆ ਸੀ ਇਹ ਸੁਣ ਕੇ ਕਿ ਮੇਰੀ ਪਤਨੀ ਨੇ ਮੈਨੂੰ ਇਸ ਬਾਰੇ ਨਹੀਂ ਦੱਸਿਆ ਸੀ। ਫਿਰ ਪਿਛਲੇ 1 ਸਾਲ ਤੋਂ ਕਿੱਥੇ ਜਾ ਰਹੀ ਸੀ, ਕੀ ਕੰਮ ਕਰਦੀ ਸੀ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ। ਉਸਨੇ ਮੈਥੋਂ ਇਹ ਕਿਉਂ ਛੁਪਾਇਆ ਸੀ? ਇਸ ਦਾ ਮਤਲਬ ਤਾਂ ਸਾਫ਼ ਸੀ ਕਿ ਉਹ ਜ਼ਰੂਰ ਕੋਈ ਗਲਤ ਕੰਮ ਕਰ ਰਹੀ ਸੀ। ਜੇ ਮੈਂ ਆਪਣੀ ਪਤਨੀ ਤੋਂ ਪੁੱਛਦਾ ਤਾਂ ਉਸਨੇ ਸੱਚ ਨਹੀਂ ਦੱਸਣਾ ਸੀ ਮੈਨੂੰ। ਹੁਣ ਮੇਰੇ ਕੋਲ ਉਸ ਦਾ ਪਿੱਛਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਸ ਲਈ ਮੈਂ ਅਗਲੇ ਦਿਨ ਘਰੋਂ ਕੰਮ ਲਈ ਨਿਕਲ ਗਿਆ, ਪਰ ਥੋੜੀ ਦੂਰੀ ਤੇ ਪਤਨੀ ਦੇ ਘਰੋਂ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗਾ। ਉਹ ਆਪਣਾ ਬੈਗ ਲੈ ਕੇ ਘਰੋਂ ਨਿਕਲੀ। ਮੈਂ ਉਸ ਦਾ ਪਿੱਛਾ ਕਰਨ ਲੱਗਿਆ। ਉਹ ਇੱਕ ਦੁਕਾਨ ਵਿੱਚ ਚਲੀ ਗਈ। ਉਸਨੇ ਉੱਥੋਂ ਕੋਈ ਚੀਜ਼ ਲਈ। ਫਿਰ ਉਹ ਇੱਕ ਜਗ੍ਹਾ ਤੇ ਖੜੀ ਹੋ ਗਈ। ਥੋੜੀ ਦੇਰ ਬਾਅਦ ਉਸ ਦੇ ਕੋਲ ਇੱਕ ਆਦਮੀ ਖੜਾ ਹੋ ਜਾਂਦਾ। ਉਹ ਆਦਮੀ ਉੱਥੇ ਕੁਝ ਦੇਰ ਖੜਾ ਰਹਿੰਦਾ। ਫਿਰ ਮੇਰੀ ਪਤਨੀ ਨੂੰ ਕੋਈ ਇਸ਼ਾਰਾ ਕਰਦਾ ਤਾਂ ਉਹ ਬੈਗ ਵਿੱਚੋਂ ਕੱਢ ਕੇ ਉਸਨੂੰ ਕੁਝ ਦੇ ਦਿੰਦੀ। ਫਿਰ ਮੇਰੀ ਪਤਨੀ ਨੂੰ ਪੈਸੇ ਮਿਲਦੇ ਸਨ। ਮੈਂ ਹੈਰਾਨ ਸੀ ਕਿ ਮੇਰੀ ਪਤਨੀ ਇਹ ਸਭ ਕੀ ਕਰ ਰਹੀ ਸੀ। ਇਹਨਾਂ ਤਾਂ ਮੈਂ ਸਮਝ ਗਿਆ ਸੀ ਕਿ ਉਹ ਕੁਝ ਵੇਚ ਰਹੀ ਸੀ, ਪਰ ਕੀ? ਮੈਂ ਰੁਮਾਲ ਤੇ ਐਨਕਾਂ ਨਾਲ ਆਪਣਾ ਮੂੰਹ ਢੱਕ ਲਿਆ। ਮੈਂ ਉਸਦੇ ਥੋੜਾ ਪਿੱਛੇ ਖੜ ਕੇ ਕਿਹਾ, ਮੈਨੂੰ ਵੀ ਚਾਹੀਦਾ ਹੈ। ਉਸਨੇ ਮੇਰੇ ਹੱਥ ਤੇ ਉਹ ਚੀਜ਼ ਰੱਖ ਦਿੱਤੀ। ਮੈਨੂੰ ਕਿਹਾ ਕਿ 1000 ਰੁਪਏ। ਮੈਂ ਉਸ ਦਾ ਹੱਥ ਫੜ ਲਿਆ। ਉਹ ਘਬਰਾ ਗਈ। ਮੈਂ ਚਿਹਰੇ ਤੋਂ ਰੁਮਾਲ ਲਾਇਆ ਤਾਂ ਹੈਰਾਨ ਹੋ ਗਈ। ਮੈਂ ਉਸ ਨੂੰ ਕਿਹਾ ਕਿ ਇੱਥੇ ਕੀ ਕਰ ਰਹੀ ਹੈ? ਉਸ ਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਚੁੱਪਚਾਪ ਮੇਰੇ ਨਾਲ ਘਰ ਚੱਲ। ਮੈਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਜੋ ਚੀਜ਼ ਮੇਰੀ ਪਤਨੀ ਵੇਚ ਰਹੀ ਸੀ ਉਹ ਕੁਝ ਹੋਰ ਨਹੀਂ, ਨਸ਼ਾ ਸੀ। ਮੇਰੀ ਪਤਨੀ ਗੈਰ ਕਾਨੂੰਨੀ ਧੰਦਾ ਕਰ ਰਹੀ ਸੀ। ਘਰ ਆ ਕੇ ਮੇਰੀ ਪਤਨੀ ਰੋਣ ਲੱਗੀ। ਫਿਰ ਕਹਿਣ ਲੱਗੀ ਕਿ ਹੋਟਲ ਵਿੱਚ ਮੈਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਮੈਨੂੰ ਕੰਮ ਤੋਂ ਕੱਢ ਦਿੱਤਾ ਗਿਆ। ਇਸ ਲਈ ਮਜਬੂਰਨ ਮੈਂ ਇਹ ਕੰਮ ਕਰਨਾ ਸ਼ੁਰੂ ਕੀਤਾ। ਮੈਂ ਆਪਣੀ ਪਤਨੀ ਨੂੰ ਸਮਾਨ ਵਾਪਸ ਕਰਨ ਨੂੰ ਕਿਹਾ ਤੇ ਨਾਲ ਹੀ ਕਿਹਾ, ਜੇ ਤੂੰ ਇਹ ਕੰਮ ਨਾ ਛੱਡਿਆ ਤਾਂ ਮੈਂ ਤੈਨੂੰ ਛੱਡ ਦੇਵਾਂਗਾ। ਜੋ ਤੂੰ ਵੇਚ ਰਹੀ ਸੀ ਉਸ ਨਾਲ ਲੋਕਾਂ ਦੀ ਸਿਹਤ ਤੇ ਜ਼ਿੰਦਗੀ ਬਰਬਾਦ ਹੁੰਦੀ ਹੈ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਕੁਝ ਪੈਸਿਆਂ ਲਈ ਨਾ ਜਾਣੇ ਕਿੰਨੇ ਘਰ ਬਰਬਾਦ ਕਰ ਰਹੀ ਸੀ। ਮੇਰੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਸਨੇ ਮੇਰੇ ਕੋਲੋਂ ਮਾਫੀ ਮੰਗੀ। ਮੈਂ ਉਸ ਨੂੰ ਮਾਫ ਤਾਂ ਕਰ ਦਿੱਤਾ, ਪਰ ਨਾਲ ਹੀ ਕਹਿ ਦਿੱਤਾ, ਜੇ ਪੈਸੇ ਖਾਤਰ ਕੋਈ ਵੀ ਗਲਤ ਕੰਮ ਕੀਤਾ ਤਾਂ ਮੈਂ ਤੈਨੂੰ ਉਸੇ ਵਕਤ ਛੱਡ ਦੇਵਾਂਗਾ। ਪਰ ਮੇਰੀ ਪਤਨੀ ਸਮਝ ਚੁੱਕੀ ਸੀ, ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਕਿਸੇ ਦੀ ਜ਼ਿੰਦਗੀ ਵਿੱਚ ਕੰਡੇ ਬੀਜਣੇ ਜ਼ਰੂਰੀ ਨਹੀਂ। ਇਸ ਤਰ੍ਹਾਂ ਸਾਨੂੰ ਵੀ ਕਦੇ ਸਕੂਨ ਨਹੀਂ ਮਿਲਦਾ। ਬਸ ਹਰ ਹਾਲ ਵਿੱਚ ਰੱਬ ਦਾ ਸ਼ੁਕਰਾਨਾ ਜ਼ਰੂਰੀ ਹੈ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਧੰਨਵਾਦ ਦੋਸਤੋ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਰੱਬ ਰਾਖਾ।